ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚੋਂ ਭਾਈ ਉਦੇ ਸਿੰਘ ਜੀ ਪਹਿਲੇ ਅਜਿਹੇ ਯੋਧਾ ਵੀਰ ਹੋਏ ਜੋ ਮੁਗਲਾਂ ਦੀ ਲੱਖਾਂ ਦੀ ਫੌਜ ਨਾਲ ਲੜਦਿਆਂ ਵੀਰਗਤੀ ਪਾ ਗਏ। ਜਦੋਂ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਔਰ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜਦੋਂ ਮੁਗਲ ਫੌਜਾਂ ਨੇ ਔਰ ਪਹਾੜੀ ਰਾਜਿਆਂ ਨੇ ਜਿਨ੍ਹਾਂ ਨੇ ਸਾਰੀਆਂ ਕਸਮਾਂ ਵਾਅਦੇ ਤੋੜ ਕੇ ਈਮਾਨ ਜਿਹੜਾ ਗਵਾ ਕੇ ਔਰ ਪਿਛਲੇ ਪਾਸਿਓਂ ਲਸ਼ਕਰ ਪੂਰੇ ਦੇ ਪੂਰੇ ਨੇ ਮਹਾਰਾਜ ਪਰਿਵਾਰ ਦੇ ਸਮੇਤ ਜਦੋਂ ਸਿੰਘਾਂ ਦੇ ਨਾਲ ਜਾ ਰਹੇ ਤਾਂ ਹਮਲਾ ਕਰ ਦਿੱਤਾ। ਤਾਂ ਉਸ ਹਮਲੇ ਦਾ ਟਾਕਰਾ ਕਰਨ ਵਾਸਤੇ ਜਿਹੜਾ ਪਹਿਲਾ ਟਾਕਰਾ ਹੋਇਆ ਉਹ ਸਿਆਹੀ ਟਿੱਬੀ ਦੇ ਉੱਤੇ ਜਦੋਂ ਮਹਾਰਾਜ ਨੂੰ ਦੱਸਿਆ ਗਿਆ ਵੀ ਸੱਚੇ ਪਾਤਸ਼ਾਹ ਮੁਗਲ ਜਿਹੜੇ ਸਿਪਾਹੀ ਨੇ ਜਾਂ ਪਹਾੜੀ ਰਾਜੇ ਉਹਨਾਂ ਨੇ ਕਸਮਾਂ ਵਾਅਦੇ ਤੋੜ ਕੇ ਪਿੱਛੋਂ ਫੌਜ ਆ ਰਹੀ ਤਾਂ ਮਹਾਰਾਜ ਨੇ ਉਸ ਵਕਤ ਭਾਈ ਉਦੈ ਸਿੰਘ ਜੀ ਹੁਣਾਂ ਨੂੰ 50 ਸਿੰਘਾਂ ਦਾ ਜਥਾ ਦੇ ਕੇ ਸਿਆਹੀ ਟਿੱਬੀ ਦੇ ਉੱਤੇ ਜਿਸ ਇਲਾਕੇ ਤੋਂ ਬੜੇ ਚੰਗੀ ਤਰ੍ਹਾਂ ਜਾਣਕਾਰ ਸਨ ਕਿਉਂਕਿ ਨਿਰਮੋਹਗੜ੍ਹ ਦਾ ਪਹਿਲਾਂ ਜੰਗ ਉੱਥੇ ਲੜ ਚੁੱਕੇ ਸਨ ਤਾਂ ਉਸ ਜਗ੍ਹਾ ਤੇ ਖੜੇ ਕੀਤਾ ਔਰ ਆਪਣੀ ਕਲਗੀ ਇੱਕ ਜਿਹੜੀ ਉਹਨਾਂ ਦੇ ਸੀਸ ਤੇ ਆਪਣੇ ਵਰਗੇ ਬਸਤਰ ਉਹਨਾਂ ਨੂੰ ਪਵਾਏ ਨੇ ਔਰ 50 ਸਿੰਘਾਂ ਦਾ ਜਥਾ ਦੇ ਕੇ ਜਦੋਂ ਖੜਾ ਕੀਤਾ ਤਾਂ ਭਾਈ ਉਦੈ ਸਿੰਘ ਜੀ ਹੁਣਾਂ ਨੂੰ ਹੁਕਮ ਕੀਤਾ ਤੁਸੀਂ ਇੱਥੇ ਟਾਕਰਾ ਕਰਨਾ ਹੈ। ਤਾਂ ਭਾਈ ਉਦੈ ਸਿੰਘ ਜੀ ਉਸ ਏਡੇ ਵੱਡੇ ਲਸ਼ਕਰ ਦੇ ਨਾਲ ਜਿਹਨੂੰ ਅਸੀਂ ਬਾਅਦ ਵਿੱਚ ਮਕੌਰ ਦੀ ਗੜੀ ਦੇ ਕੋਲ ਜਾ ਕੇ ਘੇਰਾ ਪਾਏ ਦੀ ਗਿਣਤੀ 10 ਲੱਖ ਪੜ੍ਹਦੇ ਹਾਂ। ਏਡੇ ਵੱਡੇ ਲਸ਼ਕਰ ਦੇ ਨਾਲ ਭਾਈ ਉਦੈ ਸਿੰਘ ਜੀ 50 ਸਿੰਘਾਂ ਦਾ ਜਥਾ ਲੈ ਕੇ ਅਜਿਹੀ ਸੂਰਬੀਰਤਾ ਦੇ ਨਾਲ ਲੜੇ ਜਿਹਦਾ ਜ਼ਿਕਰ ਫਿਰ ਇਤਿਹਾਸ ਵਿੱਚ 1 ਤੋਂ 1.5 ਪੈਰ 1 ਪੈਰ 3 ਘੰਟਿਆਂ ਦਾ ਹੁੰਦਾ ਹੈ। ਏਡੀ ਵੱਡੀ ਫੌਜ ਨੂੰ ਜਿਹੜਾ ਹੈ 3 ਤੋਂ 4 ਘੰਟੇ ਰੋਕ ਕੇ ਰੱਖਣਾ, ਏਕਾਂ ਡਾਹ ਕੇ ਲੜਨਾ, ਇਹ ਭਾਈ ਉਦੈ ਸਿੰਘ ਜੀ ਹੁਣਾਂ ਦੇ ਹਿੱਸੇ ਆਇਆ। ਕਿ ਜਦੋਂ ਉਸ ਗੁਰੂ ਕੇ ਪਿਆਰੇ ਦੀ ਸ਼ਹਾਦਤ ਹੋਈ ਭਾਈ ਉਦੈ ਸਿੰਘ ਜੀ ਹੁਣਾਂ ਦਾ ਸੀਸ ਜਿਹੜਾ ਧੜ ਤੋਂ ਵੱਖਰਾ ਹੋਇਆ ਤਾਂ ਉਹ ਗੁਰੂ ਕਾ ਪਿਆਰਾ ਧੜ ਦੇ ਨਾਲ ਬਿਨਾਂ ਸੀਸ ਤੋਂ ਵੀ ਉਹਨਾਂ ਮੁਗਲਾਂ ਦਾ ਉਹਨਾਂ ਨਮਕ ਹਰਾਮੀ ਲੋਕ ਜਿਹੜੇ ਵਾਅਦੇ ਕਰਕੇ ਕਸਮਾਂ ਖਾ ਕੇ ਮੁੱਕਰ ਗਏ ਉਹਨਾਂ ਦਾ ਮੁਕਾਬਲਾ ਕਰਦੇ ਰਹੇ। ਸ਼ਾਹੀ ਟਿੱਬੀ ਦੀ ਘਮਾਸਾਨ ਜੰਗ ਵਿੱਚ ਸ਼ਹੀਦ ਹੋਏ ਭਾਈ ਉਦੇ ਸਿੰਘ ਜੀ ਦੀ ਬਹਾਦਰੀ ਦੀ ਦਾਸਤਾਨ ਸੁਣ ਕੇ ਇੱਛਾ ਹੋਈ ਉਸ ਭਾਗਾਂ ਵਾਲੇ ਪਿੰਡ ਪਹੁੰਚਣ ਦੀ ਜਿਸ ਨੇ ਅੱਜ ਵੀ ਇਸ ਮਹਾਨ ਯੋਧੇ ਵੀਰ ਦੀ ਯਾਦਗਾਰ ਸਾਂਭੀ ਹੋਈ ਸੀ। ਸਾਨੂੰ ਦੱਸਿਆ ਗਿਆ ਕਿ ਨਿਰਮੋਹਗੜ੍ਹ ਦੇ ਨੇੜੇ ਪਿੰਡ ਅਟਾਰੀ ਦੇ ਵਿੱਚ ਅੱਜ ਵੀ ਉਹ ਕਲਪ ਬ੍ਰਿਸ਼ ਮੌਜੂਦ ਹੈ ਜਿਸ ਦੇ ਹੇਠਾਂ ਭਾਈ ਉਦੇ ਸਿੰਘ ਜੀ ਦਾ ਧੜ ਠੰਡਾ ਹੋਇਆ ਸੀ ਤੇ ਭਾਈ ਉਦੇ ਸਿੰਘ ਜੀ ਸ਼ਾਹੀ ਟਿੱਬੀ ਤੋਂ ਲੈ ਕੇ ਇਸ ਕਲਪ ਬ੍ਰਿਸ਼ ਤੱਕ ਬਿਨਾਂ ਸਿਰ ਦੇ ਸਿਰਫ ਧੜ ਦੇ ਬਲ ਤੇ ਹੀ ਦੁਸ਼ਮਣ ਫੌਜ ਦੇ ਨਾਲ ਲੜਦੇ ਹੋਏ ਪਹੁੰਚੇ ਸਨ। ਜਦੋਂ ਅਸੀਂ ਉਸ ਕਲਪ ਬ੍ਰਿਸ਼ ਵਾਲੀ ਥਾਂ ਪਹੁੰਚੇ ਤਾਂ ਉੱਥੇ ਇੱਕ ਗੁਰੂ ਘਰ ਸੁਸ਼ੋਭਿਤ ਸੀ ਤੇ ਕੁਝ ਨਿਰਮਾਣ ਕਾਰਜ ਵੀ ਚੱਲ ਰਹੇ ਸੀ। ਅੰਦਰ ਇੱਕ ਪਾਸੇ ਜਿੱਥੇ ਇੱਕ ਕਮਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ ਤਾਂ ਦੂਜੇ ਪਾਸੇ ਬਿਲਕੁਲ ਸਾਹਮਣੇ ਉਸ ਥੜੇ ਦੇ ਦਰਸ਼ਨ ਹੋਏ ਜਿੱਥੇ ਪਹੁੰਚ ਕੇ ਭਾਈ ਉਦੇ ਸਿੰਘ ਜੀ ਦਾ ਧੜ ਠੰਡਾ ਹੋਇਆ ਤੇ ਉਸ ਦੇ ਨੇੜੇ ਹੀ ਕਲਪ ਬ੍ਰਿਸ਼ ਵੀ ਮੌਜੂਦ ਮਿਲਿਆ। ਸ਼ਹੀਦੀ ਪਿੰਡ ਦੀ ਕੜੀ ਦੌਰਾਨ ਅਸੀਂ ਅਗਲੇ ਪੜਾਅ ਤੇ ਪਹੁੰਚੇ ਹਾਂ ਜੋ ਕਿ ਗੁਰਦੁਆਰਾ ਸ਼੍ਰੀ ਨਿਰਮੋਹਗੜ੍ਹ ਸਾਹਿਬ ਤੋਂ ਬਿਲਕੁਲ ਨੇੜੇ ਹੀ ਮੌਜੂਦ ਹੈ ਪਿੰਡ ਅਟਾਰੀ ਜਿੱਥੇ ਕਿ ਭਾਈ ਉਦੇ ਸਿੰਘ ਜੀ ਹੋਰਾਂ ਨੇ ਸ਼ਹੀਦ ਹੋਣ ਤੋਂ ਬਾਅਦ ਸਰੀਰ ਆਪਣਾ ਇੱਥੇ ਛੱਡਿਆ ਸੀਗਾ। ਤੁਹਾਨੂੰ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਵੀ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਵਿਖਾ ਦਿੰਦੇ ਹਾਂ ਇਸ ਪਿੰਡ ਬਾਰੇ ਜੋ ਕਿ ਗੁਰਦੁਆਰਾ ਸ਼੍ਰੀ ਨਿਰਮੋਹਗੜ੍ਹ ਸਾਹਿਬ ਤੋਂ ਕੁਝ ਹੀ ਦੂਰੀ ਤੇ ਵਸਿਆ ਹੋਇਆ ਹੈ ਤੇ ਇਸ ਪਿੰਡ ਅਟਾਰੀ ਦੀ ਜੋ ਸੰਗਤ ਹੈ ਉਹੀ ਇਸ ਗੁਰੂ ਘਰ ਦੀ ਜਿਹੜੀ ਉਹ ਸਾਂਭ ਸੰਭਾਲ ਕਰ ਰਹੀ ਹੈ ਤੇ ਉਹਨਾਂ ਨੇ ਹੀ ਭਾਈ ਉਦੇ ਸਿੰਘ ਜੀ ਹੋਰਾਂ ਨੂੰ
ਦੀ ਯਾਦ ਜਿਹੜੀ ਹੈ ਉਹ ਇੱਥੇ ਸਾਂਭ ਕੇ ਜਿਹੜੀ ਰੱਖੀ ਹੋਈ ਹੈ। ਇੱਕ ਵਾਰ ਤੁਹਾਨੂੰ ਪਹਿਲਾਂ ਦਰਸ਼ਨ ਕਰਵਾ ਦਿੰਦੇ ਆ। ਸਾਡੇ ਨਾਲ ਜਿਹੜੇ ਉਹ ਸੇਵਾਦਾਰ ਵੀ ਮੌਜੂਦ ਨੇ, ਗੱਲਬਾਤ ਵੀ ਕਰਾਂਗੇ, ਇਤਿਹਾਸ ਵੀ ਜਾਣਾਂਗੇ ਕਿ ਵਡਮੁੱਲਾ ਇਤਿਹਾਸ ਕੀ ਹੈ, ਕਿਉਂਕਿ ਅਕਸਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਾਨੂੰ ਸੁਣਨ ਨੂੰ ਵੀ ਮਿਲ ਜਾਂਦਾ ਹੈ, ਵੇਖਣ ਨੂੰ ਵੀ ਮਿਲ ਜਾਂਦਾ ਹੈ, ਪਰ ਅਜਿਹੇ ਕਈ ਯੋਧੇ ਵੀਰ ਵੀ ਇਸ ਸਿੱਖੀ ਇਤਿਹਾਸ ਦੀ ਕੜੀ ਦੇ ਵਿੱਚ ਜੁੜੇ ਹੋਏ ਨੇ ਜੋ ਕਿਤੇ ਨਾ ਕਿਤੇ ਜਿਨ੍ਹਾਂ ਦਾ ਜ਼ਿਕਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਰਹਿ ਜਾਂਦਾ ਹੈ। ਆਸਥਾ ਉਨੀ ਹੀ ਹੈ, ਪੂਰੀ ਹੀ ਹੈ। ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਅਸੀਂ ਗੱਲਬਾਤ ਕਰ ਲੈਂਦੇ ਹਾਂ, ਇਤਿਹਾਸ ਜਾਣ ਲੈਂਦੇ ਹਾਂ। ਭਾਈ ਸਾਹਿਬ, ਇਤਿਹਾਸ ਕੀ ਹੈ ਇਹਦਾ, ਵਡਮੁੱਲਾ ਇਤਿਹਾਸ ਕੀ ਹੈ? ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। 6 ਪੋਹ ਦੀ ਰਾਤ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲ੍ਹਾ ਅਨੰਦਪੁਰ ਸਾਹਿਬ ਛੱਡਿਆ, ਉਸ ਟਾਈਮ ਮਹਾਰਾਜ ਦੇ ਨਾਲ ਅਨੇਕਾਂ ਹੀ ਸਿੰਘ ਸਨ ਔਰ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਨਿਰਮੋਹਗੜ੍ਹ ਤੋਂ ਹੁੰਦਿਆਂ ਹੋਇਆਂ ਸ਼ਾਹੀ ਟਿੱਬੀ ਆ ਕੇ ਵੱਡੇ ਸਾਹਿਬਜ਼ਾਦੇ ਮੁਗਲਾਂ ਦੇ ਘਿਰੇ ਗਏ। ਮਹਾਰਾਜ ਨੇ ਉਸ ਟਾਈਮ ਭਾਈ ਉਦੈ ਸਿੰਘ ਦੀ ਉੱਥੇ ਡਿਊਟੀ ਲਗਾਈ ਵੀ ਇਸ ਜਗ੍ਹਾ ਦੀ ਕਮਾਂਡ ਆਪ ਜੀ ਸੰਭਾਲੋ ਤੇ ਅਸੀਂ ਅੱਗੇ ਜਾਣਾ ਹੈ। ਉੱਥੇ ਲੜਦਿਆਂ ਭਾਈ ਉਦੈ ਸਿੰਘ ਜ਼ਖਮੀ ਹਾਲਤ ਦੇ ਵਿੱਚ ਉਰੇ ਆ ਕੇ ਅਟਾਰੀ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਥੜਾ ਸਾਹਿਬ ਤੇ ਇੱਥੇ ਆ ਕੇ ਕਲਪ ਵ੍ਰਿਕਸ਼ ਦੇ ਨੀਚੇ ਆ ਕੇ ਉਹਨਾਂ ਨੇ ਸ਼ਹੀਦੀ ਪਾਈ, ਜੋ ਅੱਜ ਪੁਰਾਤਨ ਸਮੇਂ ਦਾ ਉਰੇ ਕਲਪ ਵ੍ਰਿਕਸ਼ ਆ। ਮਹਾਰਾਜ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਂ ਮਾਜਰੇ ਵਾਲੇ ਬਚਨ ਕਰਦੇ ਸਨ ਕਿ ਇਹ ਦਰਖਤ 4 ਯੁੱਗ ਪੁਰਾਣਾ ਦਰਖਤ ਹੈ। ਮੈਂ ਚਾਹਾਂਗੀ ਕਿ ਆਪਾਂ ਚੱਲਦੇ ਜਾਈਏ ਤੇ ਨਾਲ ਦੇ ਨਾਲ ਦਰਸ਼ਕਾਂ ਨੂੰ ਆਪਾਂ ਜਿਹੜੇ ਆ ਉਹ ਦਰਸ਼ਨ ਵੀ ਕਰਵਾ ਦਈਏ ਕਿ ਉਹ ਪਵਿੱਤਰ ਦਰਖਤ ਇਸ ਵੇਲੇ ਜਿਹੜਾ ਉਹ ਕਿੱਥੇ ਹੈ, ਕਿਉਂਕਿ ਇਹੀ ਉਹ ਉਹਨਾਂ ਦੀ ਯਾਦ ਵਿੱਚ ਜਿਹੜਾ ਅਜੇ ਵੀ ਇੱਥੇ ਮੌਜੂਦ ਦੱਸਿਆ ਜਾ ਰਿਹਾ ਕਿ ਕਾਫੀ ਜਿਹੜਾ ਉਹ ਪੁਰਾਣਾ ਵੀ ਹੈ ਤੇ ਅਜੇ ਵੀ ਇੱਥੇ ਮੌਜੂਦ ਹੈ। ਤੁਹਾਨੂੰ ਦਰਸ਼ਨ ਵੀ ਕਰਵਾ ਦਿੰਦੇ ਆ। ਤੇ ਤੁਸੀਂ ਭਾਈ ਸਾਹਿਬ ਦੱਸ ਰਹੇ ਸੀਗੇ ਕਿ ਇਹ ਕਾਫੀ ਜਿਹੜਾ ਉਹ ਪੁਰਾਣਾ ਹੈ। ਇਹ 4 ਯੁੱਗ ਪੁਰਾਣਾ ਦਰਖਤ ਹੈ। ਹੌਲੀ ਹੌਲੀ ਇਹ ਪਿਛਲੇ ਸਮੇਂ ਖੰਡਿਤ ਹੋ ਗਿਆ ਸੀ। ਖੰਡਿਤ ਹੋਣ ਤੋਂ ਬਾਅਦ ਉਹ ਨਵਾਂ ਕਲਪ ਵ੍ਰਿਕਸ਼ ਜੋ ਮਹਾਰਾਜ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਂ ਮਾਜਰੇ ਵਾਲੇ ਬਚਨ ਕਰਦੇ ਸਨ ਕਿ ਇਹ ਦਰਖਤ 4 ਯੁੱਗ ਪੁਰਾਣਾ ਦਰਖਤ ਹੈ। ਪਿਛਲੇ ਸਮੇਂ ਖੰਡਿਤ ਹੋਣ ਕਰਕੇ ਨਵਾਂ ਨੀਚੇ ਇਹੀ ਕਲਪ ਵ੍ਰਿਕਸ਼ ਨਵਾਂ ਪੁੰਗਰ ਗਿਆ, ਜਿੱਥੇ ਆ ਕੇ ਅਨੇਕਾਂ ਹੀ ਸਿੱਖ ਸੰਗਤਾਂ ਆ ਕੇ ਇਸ ਦੇ ਦਰਸ਼ਨ ਕਰਦੀਆਂ ਹਨ। ਮੈਂ ਚਾਹਾਂਗੀ ਕੈਮਰਾਮੈਨ ਨੂੰ ਕਹਾਂਗੀ ਕਿ ਇੱਕ ਵਾਰੀ ਦਰਸ਼ਨ ਜ਼ਰੂਰ ਕਰਵਾਉਣ, ਕਿਉਂਕਿ ਭਾਈ ਸਾਹਿਬ ਜਿਵੇਂ ਕਿ ਦੱਸ ਰਹੇ ਕਿ ਜਿਵੇਂ ਜਿਹੜਾ ਇਹ ਪਵਿੱਤਰ ਦਰਖਤ ਜਿਵੇਂ ਹੀ ਖੰਡਿਤ ਹੋਇਆ ਤੇ ਇਸ ਦੇ ਸੁੱਕਦੇ ਸਾਰ ਹੀ ਇੱਕ ਹੋਰ ਜਿਹੜਾ ਇਹੀ ਦਰਖਤ ਜਿਹੜਾ ਉਹ ਬਿਲਕੁਲ ਸਾਹਮਣੇ ਜਿਹੜਾ ਉਹ ਵੀ ਜਿਹੜਾ ਉਹ ਪੁੰਗਰਿਆ ਹੋਇਆ ਇੱਥੇ, ਤੇ ਇਸ ਦੀ ਜਿਹੜੀ ਪਵਿੱਤਰ ਲੱਕੜ ਆ ਉਹ ਵੀ ਤੁਸੀਂ ਦੱਸ ਰਹੇ ਸੀਗੇ ਕਿ ਉਹਦੀ ਸਾਂਭ ਸੰਭਾਲ ਕੀਤੀ ਹੋਈ ਹੈ। ਸੋ ਮਹਾਰਾਜ ਦੇ ਜੋ ਮੇਨ ਸੇਵਾਦਾਰ ਸਨ ਭਾਈ ਗੁਰਮੀਤ ਸਿੰਘ ਜੀ ਸੋਢੀ, ਉਹਨਾਂ ਦੇ ਵਚਨ ਸਨ ਕਿ ਇਸ ਕਲਪ ਵ੍ਰਿਕਸ਼ ਦੀ ਜੋ ਲੱਕੜ ਹੈ ਆਪਾਂ ਇਹਨਾਂ ਨੂੰ ਪੁਰਾਤਨ ਸਮੇਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਦਰਸ਼ਨ ਕਰਾਣੇ, ਇਸ ਕਰਕੇ ਅਸੀਂ ਉਹ ਦਰਖਤ ਕੱਟ ਕੇ ਇੱਕ ਸ਼ੀਸ਼ੇ ਦੇ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਜੋ ਸੰਗਤਾਂ ਆ ਕੇ ਇਸ ਦੇ ਦਰਸ਼ਨ ਦਿਦਾਰੇ ਕਰਦੀਆਂ ਹਨ ਜੀ। ਤੇ ਮੈਂ ਇੱਕ ਵਾਰੀ ਕਹਾਂਗੀ ਕਿ ਇੱਕ ਵਾਰੀ ਜ਼ਰੂਰ ਦਰਸ਼ਨ ਜਿਹੜੇ ਆ ਉਹ ਕਰਵਾਏ ਜਾਣ, ਕਿਉਂਕਿ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਭਾਈ ਉਦੈ ਸਿੰਘ ਜੀ ਜੋ ਕਿ ਯੋਧੇ ਵੀਰ ਉਸ ਵੇਲੇ ਹੋਏ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਵਿੱਚ ਮੌਜੂਦ ਸਨ ਤੇ ਗੁਰੂ ਜੀ ਦੇ ਨਾਲ ਹੀ ਜੰਗ ਦੇ ਵਿੱਚ ਉੱਥੇ ਮੌਜੂਦ ਸਨ, ਕਿਉਂਕਿ ਦੁਸ਼ਮਣ ਫੌਜਾਂ ਨੇ ਜਦੋਂ ਧੋਖੇ ਦੇ ਨਾਲ ਘੇਰਾ ਪਾ ਲਿਆ, ਘਮਾਸਾਨ ਜੰਗ ਹੋਈ। ਬੇਸ਼ੱਕ ਉਹਨਾਂ ਨੂੰ ਇਸ ਜੰਗ ਦੇ ਵਿੱਚ ਮੂੰਹ ਦਿਖਾਣੀ ਪਈ, ਲੇਕਿਨ ਇਸ ਦੌਰਾਨ ਵੀ ਕਈ ਸਿੰਘ ਸਾਹਿਬ ਜਿਹੜੇ ਆ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ। ਸੋ ਅਗਲੀ ਕੜੀ ਦੇ ਵਿੱਚ ਕੀ ਹੋਇਆ, ਗੁਰੂ ਸਾਹਿਬ ਕਿੱਥੇ ਪਹੁੰਚੇ, ਕਿੱਥੇ ਵਿਛੋੜਾ ਪਿਆ, ਉਹ ਵੀ ਜ਼ਰੂਰ ਦਿਖਾਵਾਂਗੇ। ਬਣੇ ਰਹੋ ਦੈਨਿਕ ਸਵੇਰਾ ਟੀਵੀ ਤੇ। ਕੈਮਰਾਮੈਨ ਪਵਨ ਕਨੋਜੀਆ ਦੇ ਨਾਲ ਸਰੂਚੀ, ਦੈਨਿਕ ਸਵੇਰਾ ਟੀਵੀ।